श्री नानक पग पंकज बंदना, सिमरो अंगद दो कनकंदन। अमरदास गुर हृदय त्यागो, श्री गुरु रामदास गुण गावो। गुरियार जन बिगनन के, परम सन्मानयोग सत्कारयोग चबर छतर तखत दे मालिक हाजरा खजूर जागदा जकूर सर्व कला भरपूर दसा पातशाहां दी जगती जोत धन धन श्री गुरु ग्रंथ साहिब महाराज जी की पावन पवित्र खजूरी विच असीं जुड़ मिल बैठे हाँ। गुरु साहिब जी ने कृपा की है। अमृत बाणी का कीर्तन आप जी ने सरवण किया है और अमृत बाणी के कीर्तन तो बाद पिछे असीं भगत कबीर साहब जी की जो तिथि वारक है इहदी विचार आरंभ कीते है। ते भगत कबीर साहब जी ने जो 7 बार ते लिखने कीते हन, इन्हां 7 बारां दी विचार दे नाल अज आपां जुड़न दा यतन करना है। सो अज दे भगत कबीर साहब जी दे पावन बचनां नाल जुड़न दा यतन करिए। विचारां दी आरंभता तो पहला करो रसना पवित्र आखो जी। वाहिगुरू जी का खालसा, वाहिगुरू जी की फतेह। इत्थे आरंभता दे विच धन गुरु अर्जन पातशाह जी ने मंगलाचरण दर्ज कीता है। एक ओंकार सतगुर प्रसाद परमात्मा एक है, वो सर्व व्यापक है। सब थावां ते रमिया होया है, उहदी हस्ती जो है सत है, सदी भी होंद वाला है।
ਤੇ ਉਹਦੀ ਪ੍ਰਾਪਤੀ ਗੁਰੂ ਦੀ ਕਿਰਪਾ ਦੇ ਨਾਲ, ਸਤਿਗੁਰ ਦੀ ਬਖਸ਼ਿਸ਼ ਨਾਲ ਹੋਣੀ ਕਰਦੀ ਹੈ। ਇੱਥੇ ਭਗਤ ਕਬੀਰ ਸਾਹਿਬ ਜੀ ਦੇ ਜੋ ਗੌੜੀ ਰਾਗ ਦੇ ਵਿੱਚ, ਰਾਗ ਦਾ ਨਾਮ ਜਿਹੜਾ ਗੌੜੀ ਹੈ, ਤੇ ਭਗਤ ਕਬੀਰ ਸਾਹਿਬ ਜੀ ਨੇ ਇੱਥੇ 7 ਵਾਰਾਂ ਦੀ ਜੋ ਵਿਚਾਰ ਕੀਤੀ ਹੈ। ਜਿਵੇਂ ਮਹੀਨੇ ਹਨ, ਜਿਵੇਂ ਮਹੀਨੇ ਮਿੱਥੇ ਗਏ ਨੇ, ਸਾਲ ਮਿੱਥਿਆ ਗਿਆ ਹੈ, ਇਸੇ ਤਰ੍ਹਾਂ ਮਨੁੱਖ ਨੇ ਸਮੇਂ ਨੂੰ ਮਾਪਣ ਦੇ ਵਾਸਤੇ ਦਿਨ ਵੀ ਮਿੱਥੇ ਹਨ। ਦਿਨ ਤੇ ਸੂਰਜ ਦੇ ਢੰਗ ਦੇ ਨਾਲ ਬਣੇ ਹਨ। ਸੂਰਜ ਜਿਸ ਢੰਗ ਦੇ ਨਾਲ ਆਪਣੀ ਚਾਲ ਵਿੱਚ ਚੱਲਦਾ ਹੈ, ਧਰਤੀ ਜਿਹੜੀ ਹੈ ਉਹ ਆਪਣਾ ਸੂਰਜ ਦੇ ਦੁਆਲੇ ਚੱਕਰ ਕੱਢਦੀ ਹੈ, ਤੇ ਮਨੁੱਖ ਨੇ ਇਸ ਢੰਗ ਦੇ ਨਾਲ ਸਮੇਂ ਦੀ ਗਿਣਤੀ ਮਿਣਤੀ ਕਰਕੇ ਦਿਨ ਬਣਾ ਦਿੱਤੇ, ਮਹੀਨੇ ਬਣਾ ਦਿੱਤੇ, ਸਾਲ ਬਣਾ ਦਿੱਤੇ। ਜਿੱਥੇ ਮਨੁੱਖ ਨੇ ਇਹਨਾਂ ਦਿਨਾਂ ਦੀ, ਮਹੀਨਿਆਂ ਦੀ, ਸਾਲਾਂ ਦੀ, ਸਮੇਂ ਦੀ ਗਿਣਤੀ ਕੀਤੀ ਹੈ, ਉੱਥੇ ਨਾਲ ਦੀ ਨਾਲ ਮਨੁੱਖ ਦੇ ਮਨ ਵਿੱਚ ਕਈ ਤਰ੍ਹਾਂ ਦੇ ਵਹਿਮ ਭਰਮ ਵੀ ਜੁੜ ਗਏ। ਇਹਨਾਂ ਦਿਨਾਂ ਦੇ ਕਰਕੇ, ਮਹੀਨਿਆਂ ਦੇ ਕਰਕੇ, ਸਾਲਾਂ ਦੇ ਕਰਕੇ। ਤੇ ਸਤਿਗੁਰੂ ਮਹਾਰਾਜ ਜੀ ਨੇ ਅਨੇਕ ਬਾਣੀਆਂ ਉਚਾਰਨ ਕਰਕੇ ਸਾਨੂੰ ਇਹਨਾਂ ਵਹਿਮਾਂ ਭਰਮਾਂ ਦੇ ਵਿੱਚੋਂ ਕੱਢਿਆ ਹੈ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਨੇ 7 ਵਾਰਾਂ ਦੀ ਵਿਚਾਰ ਕੀਤੀ ਹੈ, ਤੇ ਇਹਨਾਂ 7 ਵਾਰਾਂ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਜੋ ਅਧਿਆਤਮਿਕ ਦਾ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ। ਗੌੜੀ ਕਬੀਰ ਜੀ ਕੇ 7 ਵਾਰ 7 ਦਿਨਾਂ ਦੀ ਵਿਚਾਰ ਇਹਨਾਂ ਪਾਵਨ ਸ਼ਬਦਾਂ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਕਰਨੀ ਕੀਤੇ ਗਏ। ਬਾਰ ਬਾਰ ਹਰਿ ਕੇ ਗੁਣ ਗਾਵੋ। ਤੇ ਇਹਨਾਂ 7 ਵਾਰਾਂ ਦੀ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇਹਨਾਂ 7 ਵਾਰਾਂ ਦੀ ਜੋ ਰਖਾਉ ਦੀ ਪੰਕਤੀ ਹੈ, ਤੇ ਰਖਾਉ ਦੀ ਪੰਕਤੀ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਇੱਥੇ ਜੋ ਬਚਨਕਾਰੀ ਨੇ ਕਿ ਬਾਰ-ਬਾਰ ਕਰਕੇ ਗੁਣ ਗਾਵੋ, ਕਿ ਬਾਰ-ਬਾਰ ਤੁਸੀਂ ਪਰਮੇਸ਼ਰ ਦੇ ਗੁਣ ਗਾਵੋ, ਪਰਮੇਸ਼ਰ ਦੇ ਗੁਣਾਂ ਦਾ ਧਿਆਨ ਧਰੋ, ਬਾਰ-ਬਾਰ ਉਹਦੇ ਗੁਣਾਂ ਦੀ ਆਰਾਧਨਾ ਕਰੋ। ਜਦੋਂ ਤੁਸੀਂ ਬਾਰ-ਬਾਰ ਉਹਦੇ ਗੁਣ ਗਾਵੋਗੇ, ਬਾਰ-ਬਾਰ ਉਹਦੀ ਭਗਤੀ ਕਰੋਗੇ, ਪਰਮੇਸ਼ਰ ਦੇ ਜਿਹੜੇ ਗੁਣ ਹਨ ਉਹ ਸਾਡੇ ਹਿਰਦੇ ਵਿੱਚ, ਸਾਡੇ ਮਨ ਵਿੱਚ ਵਸ ਜਾਣਗੇ। ਪਰਮੇਸ਼ਰ ਦੇ ਗੁਣਾਂ ਨੂੰ ਅਸੀਂ ਆਪਣੇ ਮਨ ਵਿੱਚ, ਹਿਰਦੇ ਵਿੱਚ ਵਸਾ ਕੇ, ਤੇ ਉਹਦੇ ਗੁਣਾਂ ਨੂੰ ਅਸੀਂ ਆਪਣੇ ਕਰਮਾਂ ਦੇ ਵਿੱਚ ਲੈ ਕੇ ਆਉਣਾ ਹੈ। ਵੀ ਪਹਿਲਾਂ ਉਹਦੇ ਗੁਣਾਂ ਦੀ ਵਿਚਾਰ ਕਰਨੀ ਹੈ, ਉਹਦੇ ਗੁਣਾਂ ਨੂੰ ਆਰਾਧਨਾ ਹੈ, ਕਿਉਂਕਿ ਪਰਮੇਸ਼ਰ ਦੇ ਗਾਈ ਗੁਣਾਂ ਦਾ ਸਾਗਰ ਹੈ, ਉਹਦੇ ਗੁਣਾਂ ਦੇ ਨਾਲ ਭਰਿਆ ਪਿਆ ਹੈ। ਜਿੰਨੇ ਵੀ ਉਹਦੇ ਗੁਣ ਗਾਉਂਦੇ ਜਾਈਏ, ਪਰਮੇਸ਼ਰ ਦੇ ਨਵੇਂ ਤੋਂ ਨਵੇਂ ਗੁਣ ਜਿਹੜੇ ਪ੍ਰਗਟ ਹੁੰਦੇ ਜਾਣਗੇ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ, ਜੇ ਮੈਂ 7 ਸਮੁੰਦਰਾਂ ਦੀ ਸ਼ਾਹੀ ਬਣਾ ਲਵਾਂ, ਧਰਤੀ ਨੂੰ ਜੇਕਰ ਮੈਂ ਕਾਗਜ਼ ਬਣਾ ਲਵਾਂ, ਜਿੰਨੇ ਵੀ ਇਸ ਧਰਤੀ ਦੇ ਉੱਪਰ ਬਨਸਪਤੀ ਹੈ, ਇਸ ਬਨਸਪਤੀ ਨੂੰ ਮੈਂ ਕਲਮ ਬਣਾ ਲਵਾਂ, ਤੇ ਫਿਰ ਪਰਮੇਸ਼ਰ ਦੇ ਮੈਂ ਗੁਣ ਲਿਖਣ ਲੱਗ ਜਾਵਾਂ, ਪਰਮੇਸ਼ਰ ਦੇ ਗੁਣ ਮੈਂ ਫਿਰ ਵੀ ਨਹੀਂ ਲਿਖ ਸਕਾਂਗਾ। ਕਬੀਰ ਸਾਰ ਸਮੁੰਦਰ ਮਸ ਕਰੋ, ਕਲਮ ਕਰੋ ਬਨਰਾਏ, ਬਸੁਦਾ ਕਾਗਜ਼ ਜੋ ਕਰੋ, ਹਰ ਜਸ ਲਿਖ ਨਾ ਜਾਏ। ਜੇਕਰ ਧਰਤੀ ਨੂੰ ਮੈਂ ਕਾਗਜ਼ ਬਣਾ ਲਵਾਂ, 7 ਸਮੁੰਦਰਾਂ ਦੀ ਮੈਂ ਸ਼ਾਹੀ ਬਣਾ ਲਵਾਂ, ਸਾਰੀ ਜੋ ਬਨਸਪਤੀ ਹੈ ਇਹਨੂੰ ਘੜ ਕੇ ਕਲਮ ਬਣਾ ਲਵਾਂ, ਪਰਮੇਸ਼ਰ ਦੇ ਮੈਂ ਗੁਣ ਲਿਖਾਂ, ਤਾਂ ਵੀ ਮੈਂ ਪਰਮਾਤਮਾ ਦੇ ਗੁਣ ਨਹੀਂ ਲਿਖ ਸਕਦਾ। ਉਹਦੇ ਗੁਣ ਜਿਹੜੇ ਬੇਅੰਤ ਹਨ, ਉਹਦੇ ਗੁਣਾਂ ਨੂੰ ਮੈਂ ਗਾ ਤੇ ਨਹੀਂ ਸਕਦਾ, ਉਹਦੇ ਗੁਣਾਂ ਦਾ ਮੈਂ ਭੇਦ ਤੇ ਨਹੀਂ ਪਾ ਸਕਦਾ, ਉਹਦੇ ਗੁਣਾਂ ਦਾ ਮੈਂ ਅੰਤ ਤੇ ਨਹੀਂ ਪਾ ਸਕਦਾ। ਲੇਕਿਨ ਉਹਦੇ ਗੁਣ ਗਾਉਂਦਿਆਂ ਗਾਉਂਦਿਆਂ ਮਾਲਕ ਦੇ ਕੁਝ ਗੁਣ ਮੇਰੇ ਅੰਦਰ ਵੀ ਆ ਜਾਣਗੇ, ਉਹਦੇ ਗੁਣ ਮੇਰੇ ਅੰਦਰ ਵੀ ਪ੍ਰਵੇਸ਼ ਕਰ ਜਾਣਗੇ। ਇਸ ਕਰਕੇ ਪਰਮੇਸ਼ਰ ਦੇ ਗੁਣ
ਜਦੋਂ ਮੇਰੇ ਹਿਰਦੇ ਅੰਦਰ ਮੇਰੇ ਅੰਦਰ ਪ੍ਰਵੇਸ਼ ਹੋਏ ਮੈਂ ਵੀ ਗੁਣਵਾਨ ਬਣ ਜਾਵਾਂਗਾ। ਤੇ ਮਨੁੱਖ ਜਦੋਂ ਵੀ ਸਤਕਾਰਿਆ ਜਾਂਦਾ ਹੈ ਕਿ ਗੁਣਾਂ ਦੇ ਨਾਲ ਹੀ ਸਤਕਾਰਿਆ ਜਾਵੇਗਾ। ਜਦੋਂ ਵੀ ਮਨੁੱਖ ਨੂੰ ਫਟਕਾਰ ਪਵੇਗੀ ਔਗਣਾਂ ਦੇ ਕਰਕੇ ਪਵੇਗੀ, ਤੇ ਜਦੋਂ ਵੀ ਇਹਦਾ ਸਤਕਾਰ ਹੋਵੇਗਾ ਕੇਵਲ ਗੁਣਾਂ ਦੇ ਸਿਰ ਤੇ ਹੋਵੇਗਾ। ਜਿਸ ਬੰਦੇ ਦਾ ਸਤਕਾਰ ਗੁਣਾਂ ਤੋਂ ਬਿਨਾਂ ਹੁੰਦਾ ਹੈ ਉਹ ਸਤਕਾਰ ਕੇਵਲ ਦਿਖਾਵੇ ਦਾ ਹੁੰਦਾ ਹੈ, ਕੇਵਲ ਕਿਸੇ ਸਵਾਰਥ ਦੀ ਖਾਤਰ, ਕਿਸੇ ਲੋਭ ਦੀ ਖਾਤਰ ਕੋਈ ਦੂਜਾ ਸਾਡਾ ਸਤਕਾਰ ਕਰਦਾ ਹੋਵੇਗਾ। ਜੇ ਸਾਡੇ ਕੋਲ ਕੋਈ ਗੁਣ ਨਹੀਂ ਹੈ, ਜੇ ਗੁਣਾਂ ਦੇ ਕਰਕੇ ਸਾਡਾ ਸਤਕਾਰ ਹੋਵੇਗਾ ਉਹ ਸਤਕਾਰ ਸੱਚਾ ਹੋਵੇਗਾ। ਇਸ ਕਰਕੇ ਗੁਣ ਮਿਲਦੇ ਹਨ ਪਰਮੇਸ਼ਰ ਦੀ ਆਰਾਧਨਾ ਕਰਕੇ, ਉਹਦੇ ਗੁਣਾਂ ਨੂੰ ਗਾ ਕੇ, ਉਹਦੇ ਗੁਣਾਂ ਦੀ ਸਮਝ ਪ੍ਰਾਪਤ ਕਰਕੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਬਚਨਕਾਰੀ ਨੇ ਬਾਰ-ਬਾਰ ਕਰਕੇ ਗੁਣ ਗਾਵੋ। ਮੈਂ ਪਰਮੇਸ਼ਰ ਦੇ ਗੁਣਾਂ ਨੂੰ ਬਾਰ-ਬਾਰ ਆਰਾਧਨਾ ਕਰਦਾ ਹਾਂ। ਗੁਰ ਗਮ ਭੇਦ ਸੋ ਹਰਿ ਕਾ ਪਾਵ। ਗੁਰ ਗਮ ਭੇਦ, ਗੁਰ ਗਮ, ਗਮ ਤੋਂ ਭਾਵ ਹੈ ਗਮਤਾ ਕਰਨੀ, ਪਹੁੰਚ ਕਰਨੀ। ਜਿਸ ਮਨੁੱਖ ਦੀ ਗੁਰੂ ਤੱਕ ਪਹੁੰਚ ਹੋ ਗਈ ਹੈ, ਜਿਹਦਾ ਗੁਰੂ ਦੇ ਨਾਲ ਮਿਲਾਪ ਹੋ ਗਿਆ ਹੈ, ਗੁਰ ਗਮ ਭੇਦ ਸੋ ਕਰ ਕਾ ਪਾਵੋ। ਜਿਹਨੇ ਗੁਰੂ ਦੇ ਨਾਲ ਮਿਲਾਪ ਕਰ ਲਿਆ, ਜਿਹਨੇ ਗੁਰੂ ਤੱਕ ਪਹੁੰਚ ਕਰ ਲਈ ਹੈ, ਉਹ ਪਰਮੇਸ਼ਰ ਦਾ ਵੀ ਭੇਦ ਪ੍ਰਾਪਤ ਕਰ ਲੈਂਦਾ, ਉਹਨੂੰ ਪਰਮਾਤਮਾ ਦੀ ਵੀ ਸੋਝੀ ਹੋ ਜਾਂਦੀ ਹੈ। ਜਿਹੜਾ ਗੁਰੂ ਦਾ ਭੇਦ ਨਹੀਂ ਪ੍ਰਾਪਤ ਕਰ ਸਕਿਆ ਉਹ ਪਰਮੇਸ਼ਰ ਤੋਂ ਵੀ ਅਣਜਾਣ ਰਹਿੰਦਾ ਹੈ, ਕਿਉਂਕਿ ਗੁਰੂ ਉਹ ਚਾਬੀ ਹੈ, ਗੁਰੂ ਉਹ ਕੁੰਜੀ ਹੈ ਜਿਹਦੇ ਰਾਹੀਂ ਸਾਨੂੰ ਪਰਮੇਸ਼ਰ ਦਾ ਭੇਦ ਮਿਲਦਾ ਹੈ। ਗੁਰ ਕੁੰਜੀ ਪਾਕੁਲ ਨਿਵਲ, ਕਹਿਣ ਲੱਗੇ ਗੁਰੂ ਕਾ ਚਾਬੀ ਹੈ, ਗੁਰੂ ਕੁੰਜੀ ਹੈ। ਗੁਰ ਕੁੰਜੀ ਪਾਕੁਲ ਨਿਵਲ, ਮਨ ਕੋਠਾ ਤਨ ਛੱਤ। ਮਨ ਕੋਠਾ ਹੈ ਸਰੀਰ ਦੇ ਉੱਪਰ ਛੱਤ ਹੈ, ਮਨ ਕੋਠਾ ਤਨ ਛੱਤ। ਨਾਨਕ ਗੁਰ ਬਿਨ ਮਨ ਕਾ ਤਾਗ ਨਾ ਉਗੜੈ, ਅਵਰ ਨਾ ਕੁੰਜੀ ਘਾਤ। ਗੁਰੂ ਤੋਂ ਬਗੈਰ ਮਨ ਦਾ ਭੇਦ ਪਤਾ ਨਹੀਂ ਲੱਗਦਾ, ਗੁਰੂ ਤੋਂ ਬਗੈਰ ਮਨ ਦੀ ਸੋਚ ਨਹੀਂ ਆਉਂਦੀ ਹੈ। ਜਦੋਂ ਗੁਰੂ ਨੂੰ ਮਿਲ ਕਰਕੇ ਗੁਰੂ ਕੋਲੋਂ ਇਹ ਗਿਆਨ ਪ੍ਰਾਪਤ ਕਰਦਾ ਹੈ, ਗਿਆਨ ਦੇ ਰਾਹੀਂ ਮਨ ਨੂੰ ਸੋਝੀ ਮਿਲਦੀ ਹੈ, ਗਿਆਨ ਦੇ ਰਾਹੀਂ ਮਨ ਦੀ ਸਮਝ ਮਿਲਦੀ ਹੈ, ਗਿਆਨ ਦੇ ਰਾਹੀਂ ਆਪਣੇ ਭੇਦ ਬਾਰੇ, ਆਪਣੇ ਮਨ ਬਾਰੇ ਪਤਾ ਲੱਗਦਾ ਹੈ ਵੀ ਮੈਂ ਕਿੱਥੇ ਖਲੋਤਾ ਹਾਂ, ਮੇਰਾ ਮਨ ਕਿੱਥੇ ਖਲੋਤਾ ਹੈ, ਕਿੰਨੇ ਕੁ ਮੈਂ ਔਗਣਾਂ 'ਚ ਫਸਿਆ, ਕਿੰਨੇ ਕੁ ਮੈਂ ਪਾਪਾਂ ਵਿੱਚ ਫਸਿਆ, ਕਿੰਨਾ ਮੈਂ ਅੰਦਰੋਂ ਚੰਗਾ ਤੇ ਕਿੰਨਾ ਮੈਂ ਅੰਦਰੋਂ ਮੰਦਾ ਕਰ। ਇਹ ਜਦੋਂ ਗੁਰੂ ਦੇ ਨਾਲ ਮਿਲਾਪ ਹੁੰਦਾ ਹੈ, ਫਿਰ ਜਿਹੜੀ ਹੈ ਮਨ ਨੂੰ ਸੋਝੀ ਆਉਂਦੀ ਹੈ। ਗੁਰਗਮ ਭੇਦ ਸੋ ਕਰ ਕਾ ਪਾਵੋ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਨੇ, ਗੁਰੂ ਦੇ ਰਾਖੀ ਜਿਹਨੇ ਗੁਰੂ ਤੱਕ ਪਹੁੰਚ ਕਰ ਲਏ ਉਹ ਪਰਮੇਸ਼ਰ ਦਾ ਭੇਦ ਪ੍ਰਾਪਤ ਕਰ ਲੈਂਦਾ ਹੈ। ਆਦਤ ਕਰੇ ਭਗਤ ਆਰੰਭ। ਅੱਗੇ ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਨੇ, ਆਦਤ ਕਰੇ ਭਗਤ ਆਰੰਭ। ਆਦਤ ਤੋਂ ਭਾਵ ਹੈ ਐਤਵਾਰ ਦਾ ਦਿਨ। ਆਦਤ ਕਹਿੰਦੇ ਹਨ ਐਤਵਾਰ ਦਾ ਦਿਨ, ਐਤਵਾਰ ਨੂੰ ਦਿਨ ਆਰੰਭ ਹੁੰਦਾ ਹੈ। ਤੇ ਇਹ ਜਿਹੜਾ ਆਦਤ ਸ਼ਬਦ ਹੈ ਇਹ ਸੰਸਕ੍ਰਿਤ ਭਾਸ਼ਾ ਤੋਂ ਜਿਹੜਾ ਪੈਦਾ ਹੋਇਆ ਹੈ, ਸੰਸਕ੍ਰਿਤ ਭਾਸ਼ਾ ਤੋਂ ਇਹ ਲਿਆ ਗਿਆ ਹੈ। ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਅਦਿੱਤਿਆ। ਅਦਿੱਤਿਆ ਤੋਂ ਭਾਵ ਹੈ ਸੂਰਜ। ਅਦਿੱਤਿਆ ਕਹਿੰਦੇ ਨੇ ਸੂਰਜ ਨੂੰ। ਹੁਣ ਆਦਤ ਦਾ ਅਰਥ ਬਣਦਾ ਹੈ ਸੂਰਜ। ਕਹਿਣ ਲੱਗੇ ਆਦਤ ਕਰੇ ਭਗਤ ਆਰੰਭ। ਕਹਿਣ ਲੱਗੇ ਕਿਉਂਕਿ ਜਿਹੜਾ ਇਹਨੂੰ ਆਦਤ ਨੂੰ ਸੂਰਜ ਵਾਲਾ ਦਿਨ, ਇਹਨੂੰ ਆਦਤ ਨੂੰ ਐਤਵਾਰ ਕਿਹਾ ਗਿਆ ਹੈ। ਅਦਿੱਤਿਆ ਸੂਰਜ ਨੂੰ ਕਹਿੰਦੇ ਨੇ ਤੇ ਇਹਦਾ ਨਾਮ ਰੱਖਿਆ ਗਿਆ ਹੈ ਐਤਵਾਰ। ਜਦੋਂ ਅਸੀਂ ਅੰਗਰੇਜ਼ੀ ਵਿੱਚ ਪੜ੍ਹਦੇ ਹਾਂ ਤੇ ਐਤਵਾਰ ਨੂੰ ਸੰਡੇ ਕਹਿੰਦੇ ਹਾਂ। ਸੰਡੇ ਤੋਂ ਭਾਵ ਹੈ ਸੰਡੇ, ਸੂਰਜ ਦਾ ਦਿਨ। ਤੇ ਇਧਰ ਪੰਜਾਬੀ ਦੇ ਵਿੱਚ, ਸੰਸਕ੍ਰਿਤ ਦੇ ਵਿੱਚ ਵੀ ਇਹ ਆਦਤ ਹੈ ਸੂਰਜ, ਇਹਨੂੰ ਕਹਿੰਦੇ ਹਨ। ਜਦੋਂ ਅਸੀਂ ਮੁੱਢ ਦੇਖਦੇ ਹਾਂ ਸੰਸਕ੍ਰਿਤ ਦੇ ਵਿੱਚ ਵੀ ਸੂਰਜ ਬਣਦਾ ਤੇ ਅੰਗਰੇਜ਼ੀ ਦੇ ਵਿੱਚ ਵੀ ਸੂਰਜ ਹੀ ਬਣਦਾ ਹੈ। ਲੇਕਿਨ
ਇਧਰ ਸੰਸਕ੍ਰਿਤ ਆਦਤ ਕਹਿੰਦੇ ਹਨ ਤੇ ਅੰਗਰੇਜ਼ੀ ਵਿੱਚ ਸੰਡੇ ਕਹਿੰਦੇ ਹਨ। ਸੰਡੇ ਵੀ ਸੰਡੇ, ਅੱਜ ਸੰਡੇ ਹੈ। ਹੁਣ ਉਧਰ ਸੰਡੇ ਹੈ ਤੇ ਇਧਰ ਆਦਤ ਹੈ, ਲੇਕਿਨ ਦੋਵੇਂ ਜਿਹੜੇ ਹਨ ਭਾਵੇਂ ਉਹ ਅੰਗਰੇਜ਼ੀ ਹੈ ਤੇ ਭਾਵੇਂ ਇਧਰ ਜਿਹੜਾ ਹੈ ਇਧਰ ਹਿੰਦੁਸਤਾਨ ਦੀ ਧਰਤੀ ਹੈ, ਦੋਵੇਂ ਇਸ ਐਤਵਾਰ ਨੂੰ ਸੂਰਜ ਦਾ ਦਿਨ ਮੰਨਦੇ ਹਨ ਵੀ ਇਹ ਸੂਰਜ ਦਾ ਦਿਨ ਹੈ ਤੇ ਇਸ ਦਿਨ ਦਿਨਾਂ ਦੀ ਆਰੰਭਤਾ ਹੁੰਦੀ ਹੈ। ਐਤਵਾਰ ਨੂੰ ਦਿਨ ਆਰੰਭ ਹੁੰਦਾ ਹੈ। ਵੈਸੇ ਆਮ ਤੌਰ ਤੇ ਅੰਗਰੇਜ਼ਾਂ ਦਾ ਜਿਹੜਾ ਹੈ ਉਹ ਸੋਮਵਾਰ ਤੋਂ ਆਰੰਭ ਹੁੰਦਾ ਹੈ, ਇੱਧਰ ਸਾਡੇ ਐਤਵਾਰ ਤੋਂ ਦਿਨ ਆਰੰਭ ਹੁੰਦਾ ਤੇ ਸ਼ਨੀਵਾਰ ਤੇ ਜਾ ਕੇ ਸਮਾਪਤ ਹੁੰਦਾ ਹੈ। ਤੇ ਅਸੀਂ ਅੰਗਰੇਜ਼ਾਂ ਦੀ ਰੀਸ ਕਰਕੇ ਜਿਹੜਾ ਹੈ ਐਤਵਾਰ ਦੀ ਛੁੱਟੀ ਕਰਦੇ ਹਾਂ ਤੇ ਸੋਮਵਾਰ ਨੂੰ ਅਸੀਂ ਕੰਮ ਆਰੰਭ ਕਰਦੇ ਹਾਂ। ਲੇਕਿਨ ਇੱਥੇ ਪਰੰਪਰਾ ਜਿਹੜੀ ਹੈ ਵੀ ਸ਼ਨੀਵਾਰ ਦੀ ਛੁੱਟੀ ਹੋਣੀ ਚਾਹੀਦੀ ਹੈ ਤੇ ਐਤਵਾਰ ਨੂੰ ਕੰਮ ਆਰੰਭ ਹੋਣਾ ਚਾਹੀਦਾ ਹੈ। ਐਤਵਾਰ ਵਾਲੇ ਦਿਨ ਦਫ਼ਤਰ ਖੁੱਲੇ ਹੋਣੇ ਚਾਹੀਦੇ ਹਨ। ਐਤਵਾਰ ਵਾਲੇ ਦਿਨ ਸਰਕਾਰੀ ਦਫ਼ਤਰ, ਪ੍ਰਾਈਵੇਟ ਸਕੂਲ ਜੋ ਵੀ ਹੈ ਉਹ ਸਭ ਕੁਝ ਖੁੱਲਿਆ ਹੋਣਾ ਚਾਹੀਦਾ ਹੈ, ਕਿਉਂਕਿ ਦਿਨਾਂ ਦੀ ਆਰੰਭਤਾ ਐਤਵਾਰ ਤੋਂ ਹੁੰਦੀ ਹੈ। ਤੇ ਇਹ ਸੰਡੇ ਦੀ ਐਤਵਾਰ ਦੀ ਛੁੱਟੀ ਪਹਿਲਾਂ ਨਹੀਂ ਸੀ ਹੁੰਦੀ। ਇਹ ਜਦੋਂ ਅੰਗਰੇਜ਼ ਆਏ, ਹਿੰਦੁਸਤਾਨੀ ਗੁਲਾਮ ਸਨ, ਜਿਵੇਂ ਉਹ ਸੰਡੇ ਦੀ ਛੁੱਟੀ ਕਰਨ ਲੱਗੇ ਇੱਧਰ ਵੀ ਹੋਣ ਲੱਗੇ, ਫਿਰ ਉਹ ਕੀ ਰੀਤ ਜਿਹੜੀ ਚਲੀ ਆਉਂਦੀ ਹੈ। ਲੇਕਿਨ ਦਿਨ ਦੀ ਆਰੰਭਤਾ ਜਿਹੜੀ ਹੈ ਉਹ ਐਤਵਾਰ ਤੋਂ ਹੁੰਦੀ ਹੈ। ਹੁਣ ਸਤਿਗੁਰ ਜੀ ਇੱਥੇ ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਨੇ, ਕਹਿਣ ਲੱਗੇ ਐਤਵਾਰ ਦਾ ਦਿਨ ਆਰੰਭਤਾ ਦਾ ਦਿਨ ਹੈ ਤੇ ਇਸ ਐਤਵਾਰ ਨੂੰ ਤੂੰ ਆਰੰਭ ਕੀ ਕਰਨਾ ਹੈ। ਇਹ ਜਿਹੜਾ ਆਰੰਭ ਵਾਲਾ ਦਿਨ ਹੈ ਤੇਰੇ ਵਾਸਤੇ ਜਿਹੜੀ ਆਰੰਭ ਕਰਨ ਵਾਲੀ ਕਿਹੜੀ ਚੀਜ਼ ਹੈ ਵੀ ਜਿਸ ਚੀਜ਼ ਨੂੰ ਤੂੰ ਆਰੰਭ ਕਰਕੇ ਤੇਰਾ ਜੀਵਨ ਸਫਲ ਹੋ ਜਾਵੇ। ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਨੇ, ਆਦਤ ਕਰੈ ਭਗਤ ਆਰੰਭ, ਇਹ ਰੱਬ ਦੀ ਭਗਤੀ ਕਰਨੀ ਆਰੰਭ ਕਰ ਦੋ। ਜੇ ਇਹ ਗੁਰੂ ਨੂੰ ਮਿਲ ਕੇ ਸੋਝੀ ਆ ਗਈ ਹੈ, ਗੁਰੂ ਨੂੰ ਮਿਲ ਕੇ ਗਿਆਨ ਆ ਗਿਆ ਹੈ ਤੇ ਬਾਰ-ਬਾਰ ਕਰਕੇ ਗੁਣ ਗਾਵੋ, ਗੁਰਗਮ ਭੇਦ ਸੋ ਕਰਗਾ ਪਾਵੋ। ਜੇ ਗੁਰੂ ਨੂੰ ਮਿਲ ਕੇ ਜੀਵਨ ਦੀ ਸੋਝੀ ਆ ਗਈ ਹੈ ਕਿ ਮਨੁੱਖਾ ਜਨਮ ਬੜਾ ਕੀਮਤੀ ਹੈ, ਇਹ ਮਨੁੱਖਾ ਜਾਮਾ ਬੜਾ ਅਮੋਲਕ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ ਐਤਵਾਰ ਨੂੰ ਦਿਨ ਆਰੰਭ ਹੁੰਦਾ ਹੈ ਤੇ ਇਸ ਦਿਨ ਆਰੰਭਤਾ ਦੇ ਦਿਨ ਕੇ ਪਰਮੇਸ਼ਰ ਦੀ ਭਗਤੀ ਕਰਨੀ ਆਰੰਭ ਕਰਨੀ ਕਰ। ਕਾਇਆ ਮੰਦਰ ਮਨਸਾ ਥੰਬ, ਜਦੋਂ ਇਹਨੇ ਜਿਸ ਦਿਨ ਪਰਮੇਸ਼ਰ ਦੀ ਭਗਤੀ ਆਰੰਭ ਕਰਨੀ ਸ਼ੁਰੂ ਕਰ ਦਿੱਤੀ, ਜਿਹੜੇ ਇਹਦੇ ਮਨ ਦੇ ਫੁਰਨੇ ਹਨ, ਇਹਦੇ ਮਨ ਦੇ ਫੁਰਨੇ ਆਪਣੇ ਆਪ ਹੀ ਟਿਕ ਜਾਣਗੇ। ਕਾਇਆ ਮੰਦਰ ਮਨਸਾ ਥੰਬ, ਜਿਹੜੀ ਇਹਦੀ ਮਨ ਦੀ ਮਨਸਾ ਹੈ, ਜਿਹੜੇ ਇਹਦੇ ਮਨ ਵਿੱਚ ਫੁਰਨੇ ਉੱਠ ਰਹੇ ਹਨ, ਮਨ ਭੱਜ ਰਿਹਾ ਹੈ, ਮਨ ਵਿੱਚ ਸੰਕਲਪ ਪੈਦਾ ਹੋ ਰਹੇ ਨੇ, ਮਨ ਵਿੱਚ ਵਿਕਲਪ ਪੈਦਾ ਹੋ ਰਹੇ ਨੇ। ਕਹਿੰਦੇ ਨੇ ਇਹਨਾਂ ਸੰਕਲਪਾਂ ਨੂੰ, ਵਿਕਲਪਾਂ ਨੂੰ, ਮਨ ਦੇ ਫੁਰਨਿਆਂ ਨੂੰ ਕਿਵੇਂ ਸ਼ਾਂਤ ਕੀਤਾ ਜਾ ਸਕਦਾ ਹੈ? ਕੇਵਲ ਤਾਂ ਕੇਵਲ ਪਰਮੇਸ਼ਰ ਦੀ ਭਗਤੀ ਦੇ ਸਦਕਾ। ਕਾਇਆ ਮੰਦਰ ਮਨਸਾ ਥੰਬ, ਕਹਿੰਦੇ ਨੇ ਇਹ ਕਾਇਆ ਰੂਪੀ ਮੰਦਰ ਦੇ ਵਿੱਚ, ਕਾਇਆ ਰੂਪੀ ਘਰ ਦੇ ਵਿੱਚ ਇਹਨਾਂ ਮਨ ਦੇ ਫੁਰਨਿਆਂ ਨੂੰ ਕਿਵੇਂ ਸ਼ਾਂਤ ਕੀਤਾ ਜਾ ਸਕਦਾ ਹੈ? ਇਹ ਮਨ ਕਿਵੇਂ ਸ਼ਾਂਤ ਹੋਵੇਗਾ? ਮਨ ਨੂੰ ਕਿਵੇਂ ਸ਼ਾਂਤੀ ਮਿਲੇਗੀ? ਮਨ ਕਿਵੇਂ ਟਿਕਾ ਵਿੱਚ ਸਹਿਜ ਵਿੱਚ ਆਵੇਗਾ? ਜੇ ਇਹ ਪਰਮੇਸ਼ਰ ਦੀ ਭਗਤੀ ਕਰਨੀ ਕਰੇਗਾ। ਅਨਸ ਅਖੰਡ ਸੁਣੀ ਜਾਏ, ਜਦੋਂ ਇਹਨੇ ਪਰਮੇਸ਼ਰ ਦੀ ਭਗਤੀ ਕਰਨੀ ਆਰੰਭ ਕਰ ਦਿੱਤੀ, ਇਹਦਾ ਮਨ ਟਿਕ ਜਾਵੇਗਾ, ਸਹਿਜ ਵਿੱਚ ਆਵੇਗਾ। ਅਹਨਸ ਅਖੰਡ ਸੁਰਖੀ ਜਾਏ, ਸੁਰਖੀ ਤੋਂ ਭਾਵ ਹੈ ਸੁਰਤੀ ਬਿਰਤੀ। ਕਹਿ ਲਗੇ ਇਹਦੀ ਜਿਹੜੀ ਸੁਰਤੀ ਹੈ, ਇਹਦੀ ਮਨ ਦੀ ਜਿਹੜੀ ਬਿਰਤੀ ਹੈ ਉਹ ਪ੍ਰਭੂ ਦੇ ਵਿੱਚ ਜੁੜਨੀ ਸ਼ੁਰੂ ਹੋ ਜਾਵੇਗੀ। ਹੁਣ ਮਨ ਰੱਬ ਦੀ ਭਗਤੀ ਕਰਕੇ ਮਨ ਦੇ ਫੁਰਨੇ ਕਿਵੇਂ ਸ਼ਾਂਤ ਹੋਣਗੇ? ਮਨ ਕਿਵੇਂ ਟਿਕੇਗਾ? ਮਨ ਕਿਵੇਂ ਟਿਕਾ ਵਿੱਚ ਆਵੇਗਾ? ਮਨ ਕਿਵੇਂ ਸਹਿਜ ਵਿੱਚ ਆਵੇਗਾ? ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਜਦੋਂ ਇਹ ਰੱਬ ਦੀ ਭਗਤੀ ਕਰੇਗਾ, ਜਦੋਂ ਇਹ ਪਰਮੇਸ਼ਰ ਦੀ ਬੰਦਗੀ ਕਰੇਗਾ
ਮਨ ਜਿਹੜਾ ਹੈ ਉਹ ਪ੍ਰਭੂ ਦੇ ਚਰਨਾਂ ਵਿੱਚ ਜੁੜੇਗਾ, ਮਨ ਵਿੱਚ ਪਰਮੇਸ਼ਰ ਦੇ ਨਾਮ ਦੇ ਵਾਸਤੇ ਲਗਨ ਪੈਦਾ ਹੋ ਜਾਵੇਗੀ। ਇਹ ਜਿਹੜੀ ਨਾਮ ਦੇ ਵਿੱਚ ਲਗਨ ਹੈ, ਜਿਹੜੀ ਭਗਤੀ ਦੇ ਵਿੱਚ ਰੱਬ ਦੇ ਨਾਮ ਵਿੱਚ ਜਦੋਂ ਸੁਰਤ ਜੁੜ ਜਾਂਦੀ ਹੈ, ਫਿਰ ਮਨ ਦੇ ਫੁਰਨੇ ਆਪਣੇ ਆਪ ਹੀ ਸ਼ਾਂਤ ਹੋ ਜਾਂਦੇ ਨੇ, ਮਨ ਆਪਣੇ ਆਪ ਹੀ ਟਿਕਣਾ ਸ਼ੁਰੂ ਹੋ ਜਾਂਦਾ ਹੈ। ਹੋਰ ਕੋਈ ਮਨ ਨੂੰ ਟਿਕਾਣ ਦਾ ਕੋਈ ਤਰੀਕਾ ਨਹੀਂ ਹੈ, ਹੋਰ ਕੋਈ ਮਨ ਨੂੰ ਸ਼ਾਂਤ ਕਰਨ ਦਾ ਕੋਈ ਤਰੀਕਾ ਨਹੀਂ ਹੈ। ਕਿਸੇ ਵੀ ਢੰਗ ਦੇ ਨਾਲ ਇਹ ਮਨ ਸ਼ਾਂਤ ਨਹੀਂ ਹੋਵੇਗਾ, ਭਾਵੇਂ ਕੋਈ ਯੋਗ ਕਰਕੇ ਦੇਖ ਲੈ, ਗਿਆਨ ਜਿਹੜਾ ਇਕੱਠਾ ਕਰਕੇ ਦੇਖ ਲਵੇ, ਗਿਆਨ ਪ੍ਰਾਪਤ ਕਰਕੇ ਦੇਖ ਲਵੇ, ਕੋਈ ਕਰਮ ਕਾਂਡ ਕਰਕੇ ਦੇਖ ਲੈ, ਤੀਰਥਾਂ ਤੇ ਨਹਾ ਕੇ ਦੇਖ ਲੈ, ਕੋਈ ਦਾਨ ਕਰਕੇ, ਕੋਈ ਪੁੰਨ ਕਰਕੇ, ਜਿਹੜਾ ਮਰਜ਼ੀ ਤਰੀਕਾ ਅਪਣਾ ਕੇ ਦੇਖ ਲੈ, ਇਹ ਮਨ ਟਿਕਣ ਨਹੀਂ ਲੱਗਦਾ, ਇਹ ਮਨ ਸ਼ਾਂਤ ਨਹੀਂ ਹੋਣ ਲੱਗਾ। ਵਰਮੀ ਮਾਰੀ ਸਾਪ ਨਾ ਮਰੀ, ਕਹਿ ਲਗੇ ਸੱਪ ਖੁੱਡ ਵਿੱਚ ਬੈਠਾ ਹੈ। ਸਤਿਗੁਰੂ ਦੀ ਪਾਵਨ ਬਾਣੀ ਵਿੱਚ ਵਚਨ ਕਰਦੇ, ਸੱਪ ਜਿਹੜਾ ਹੈ ਧਰਤੀ ਦੇ ਅੰਦਰ ਲੁਕ ਕੇ ਬੈਠਾ ਹੋਇਆ ਹੈ, ਉੱਪਰੋਂ ਮਿੱਟੀ ਪਾਈ ਹੈ, ਮਿੱਟੀ ਪਾ ਕੇ ਖੁੱਡ ਬੰਦ ਕਰ ਦਿੱਤੀ ਹੈ ਤੇ ਸੋਟੀ ਲੈ ਕੇ ਖੁੱਡ ਨੂੰ ਕੁੱਟਣ ਲੱਗਾ ਹੋਇਆ ਹੈ, ਸੋਟੀ ਲੈ ਕੇ ਖੁੱਡ ਨੂੰ ਕੁੱਟਣ ਲੱਗਾ ਹੋਇਆ ਹੈ। ਕਹਿ ਲਗੇ ਇਸ ਤਰ੍ਹਾਂ ਦੇ ਸੱਪ ਨਹੀਂ ਮਰਨ ਲੱਗਾ, ਇਹ ਭੁਲੇਖਾ ਜ਼ਰੂਰ ਪੈਦਾ ਹੋ ਸਕਦਾ ਹੈ ਵੀ ਬਾਹਰੋਂ ਖੁੱਡ ਬੰਦ ਕਰ ਦਿੱਤੇ ਹੈ, ਉੱਪਰੋਂ ਖੁੱਡ ਦੇ ਉੱਪਰ ਮੈਂ ਸੋਟੀਆਂ ਡੰਡੇ ਮਾਰੇ ਹਨ ਤੇ ਸੱਪ ਮਰ ਗਿਆ ਹੋਵੇਗਾ। ਸੱਪ ਤੇ ਕਦੇ ਬਾਹਰ ਹੀ ਨਹੀਂ ਆਣ ਲੱਗਾ। ਕਹਿ ਲਗੇ ਬੜਾ ਵੱਡਾ ਭੁਲੇਖਾ ਹੈ, ਇਹ ਇੱਕ ਬਹੁਤ ਵੱਡਾ ਭਰਮ ਹੈ। ਵਰਮੀ ਮਾਰੀ ਸਾਪ ਨਾ ਮਰੀ, ਖੁੱਡ ਬੰਦ ਕਰਕੇ ਸੋਟੀਆਂ ਮਾਰ ਕੇ ਸੱਪ ਨਹੀਂ ਮਰਦਾ ਹੈ। ਕਹਿ ਲਗੇ ਬਾਹਰੋਂ ਯਤਨ ਕਰਕੇ ਮਨ ਨੂੰ ਕਦੇ ਕਾਬੂ ਨਹੀਂ ਕੀਤਾ ਜਾ ਸਕਦਾ, ਮਨ ਦੇ ਅੰਦਰ ਲੁਕ ਕੇ ਬੈਠਾ ਹੈ। ਮਨ ਨੇ ਤੇ ਕਦੋਂ ਆ ਕੇ ਡੰਗ ਮਾਰਨਾ ਪਤਾ ਹੀ ਨਹੀਂ ਲੱਗਣਾ, ਕਦੋਂ ਮਨ ਨੇ ਇੱਕੋ ਦਮ ਜਾਗ ਪੈਣਾ, ਇੱਕੋ ਮਨ ਕਦੋਂ ਮਨ ਨੇ ਜਿਹੜਾ ਜਾਗ ਕੇ ਬਾਹਰ ਆ ਕੇ ਡੰਗ ਮਾਰਨਾ, ਕਦੋਂ ਮਨ ਵਿੱਚੋਂ ਲੋਭ ਪ੍ਰਗਟ ਹੋ ਜਾਣਾ, ਹੰਕਾਰ ਪ੍ਰਗਟ ਹੋ ਜਾਣਾ, ਮੋਹ ਪ੍ਰਗਟ ਹੋ ਜਾਣਾ, ਕਾਮ ਪ੍ਰਗਟ ਹੋ ਜਾਣਾ ਹੈ, ਇਹ ਤਾਂ ਪਤਾ ਵੀ ਨਹੀਂ ਲੱਗਣਾ ਹੈ। ਬੰਦਾ ਤੇ ਕਹਿੰਦਾ ਮੈਂ ਤੇ ਬੜੇ ਧਾਰਮਿਕ ਕਰਮ ਕਰ ਰਿਹਾ ਹਾਂ, ਲੇਕਿਨ ਮਨ ਅੰਦਰ ਚੁੱਪ ਕਰਕੇ ਬੈਠਾ ਹੋਇਆ ਹੈ। ਜਿਵੇਂ ਜਿਵੇਂ ਇਹ ਧਾਰਮਿਕ ਕਰ ਰਿਹਾ, ਕਰਮ ਕਰ ਰਿਹਾ, ਮਨ ਚੁੱਪ ਕਰਕੇ ਬੈਠਾ ਬੰਦਾ ਕਰ ਗਿਆ, ਮੈਂ ਤੇ ਮਨ ਤੇ ਕਾਬੂ ਪਾ ਲਿਆ, ਮੇਰਾ ਤੇ ਮਨ ਵਸ ਵਿੱਚ ਆ ਗਿਆ, ਮੇਰਾ ਤੇ ਮਨ ਤੇ ਕਬਜ਼ਾ ਹੋ ਗਿਆ, ਮੈਂ ਤੇ ਮਨ ਤੇ ਕਬਜ਼ਾ ਕਰ ਲਿਆ ਹੈ। ਕਿਉਂਕਿ ਮੈਂ ਤੇ ਹੁਣ ਬੜਾ ਧਰਮੀ ਬਣ ਗਿਆ, ਮੇਰੇ ਕੋਲ ਤੇ ਇੰਨਾ ਗਿਆਨ ਆ ਗਿਆ, ਸੂਝੀ ਆ ਗਈ, ਮੈਂ ਤੇ ਇਹਨੇ ਧਰਮ ਕਰਮ ਕਰ ਲੱਗ ਪਿਆਗਾ। ਸਤਿਗੁਰੂ ਜੀ ਕਹਿਣ ਲੱਗੇ ਨਹੀਂ, ਮਨ ਨੂੰ ਟਿਕਾਣਾ, ਮਨ ਨੂੰ ਸ਼ਾਂਤ ਕਰਨਾ ਇੰਨਾ ਸੌਖਾ ਨਹੀਂ ਹੈ ਜਿੰਨਾ ਇਹ ਸਮਝੀ ਬੈਠਾ ਹੈ। ਇਸ ਕਰਕੇ ਮਨ ਨੂੰ ਟਿਕਾਣ ਦਾ ਇੱਕੋ ਇੱਕ ਤਰੀਕਾ ਹੈ, ਜੇ ਇਹਦਾ ਮਨ ਪਰਮੇਸ਼ਰ ਦੀ ਭਗਤੀ ਵਿੱਚ ਜੁੜ ਜਾਵੇ। ਜਦੋਂ ਮਨ ਰੱਬ ਦੀ ਭਗਤੀ ਵਿੱਚ ਜੁੜੇਗਾ, ਪਰਮੇਸ਼ਰ ਦੇ ਨਾਮ ਦੇ ਵਾਸਤੇ ਲਗਨ ਬਣੇਗੀ, ਮਨ ਦੇ ਫੁਰਨੇ ਹੌਲੀ ਹੌਲੀ ਸ਼ਾਂਤ ਹੋਣਗੇ, ਫਿਰ ਇਹ ਮਨ ਟਿਕਣਾ ਕਰੇਗਾ। ਤੋ ਅਨਹਦ ਬੇਨ ਸਹਿਜ ਮੈਂ ਪਾਏ, ਫਿਰ ਇਸ ਮਨ ਦੇ ਵਿੱਚ ਅਨਹਦ ਬੇਨ, ਇੱਕ ਅਨਹਦ ਨਾਦ ਦੀ ਬੰਸਰੀ ਵੱਜੇਗੀ, ਇੱਕ ਮਨ ਵਿੱਚ ਰਸ ਪੈਦਾ ਹੋਵੇਗਾ, ਇੱਕ ਮਨ ਵਿੱਚ ਅਡੋਲਤਾ ਬਣੇਗੀ। ਤੋ ਅਨਹਦ ਬੇਨ ਸਹਿਜ ਮੈਂ ਪਾਏ, ਸਹਿਜ ਅਵਸਥਾ ਵਿੱਚ ਟਿਕੇ, ਆਤਮਿਕ ਅਡੋਲਤਾ ਦੀ ਅਵਸਥਾ ਵਿੱਚ ਟਿਕੇ, ਇਹਦੇ ਅੰਦਰ ਉਹ ਜਿਹੜਾ ਨਾਮ ਦਾ ਰਸ ਹੈ, ਨਾਮ ਦਾ ਆਨੰਦ ਪੈਦਾ ਹੋਵੇਗਾ। ਫਿਰ ਇਹਦਾ ਮਨ ਜਿਹੜਾ ਟਿਕੇਗਾ, ਫਿਰ ਇਹ ਜਿਹੜਾ ਮਨ ਕਾਬੂ ਵਿੱਚ ਆਵੇਗਾ। ਨਹੀਂ ਤੇ ਮਨ ਤੇ ਦੁਨਿਆਵੀ ਰਸਾਂ ਵਾਸਤੇ ਭੱਜਿਆ ਹੀ ਫਿਰੇਗਾ, ਦੁਨਿਆਵੀ ਰਸਾਂ ਵਾਸਤੇ ਭਟਕਦਾ ਹੀ ਫਿਰੇਗਾ। ਜਿਤਨਾ ਚਿਰ ਤੱਕ ਮਨ ਨੂੰ ਅੰਦਰੋਂ ਕੋਈ ਰਸ ਨਹੀਂ ਪ੍ਰਾਪਤ ਹੁੰਦਾ, ਅੰਦਰੋਂ ਇਹਨੂੰ ਕੋਈ ਆਨੰਦ ਨਹੀਂ ਪ੍ਰਾਪਤ ਹੁੰਦਾ, ਮਨ ਉਹਨਾਂ ਚਿਰ ਤੱਕ ਬਾਹਰ ਭੱਜਿਆ ਫਿਰੇਗਾ। ਤੋ ਅਨਹਦ ਬੇਨ ਸਹਿਜ ਮੈਂ ਪਾਏ, ਇਸ ਕਰਕੇ ਰੱਬ ਦੀ ਭਗਤੀ ਵਿੱਚ ਜੁੜ ਕੇ ਜਦੋਂ ਇਹ ਆਪਣੇ ਮਨ ਦੇ ਫੁਰਨਿਆਂ ਨੂੰ ਸ਼ਾਂਤ ਕਰ ਲੈਂਦਾ, ਮਨ ਸਹਿਜ ਵਿੱਚ ਅਡੋਲਤਾ ਵਿੱਚ ਟਿਕ ਜਾਂਦਾ ਹੈ,
ਤੇ ਅਨਹਦ ਨਾਦ ਇੱਕ ਰਸ ਬੰਸਰੀ, ਉਹ ਨਾਮ ਰਸ ਇਹਨੂੰ ਪ੍ਰਾਪਤ ਹੁੰਦਾ ਹੈ। ਸੋਮਵਾਰ ਸਾਸ ਅੰਮ੍ਰਿਤ ਕਰੈ। ਅੱਗੇ ਫਿਰ ਸੋਮਵਾਰ ਦਾ ਜ਼ਿਕਰ ਆਂਦਾ ਹੈ। ਸੋਮਵਾਰ ਦੂਸਰਾ ਦਿਨ ਹੈ। ਸੋਮਵਾਰ ਸੱਸ ਅੰਮ੍ਰਿਤ ਚਰੈ। ਹੁਣ ਜਿਹੜੀ ਰਹਾਉ ਦੀ ਪੰਕਤੀ ਹੈ, ਉਹ ਰਹਾਉ ਦੀ ਪੰਕਤੀ ਹੈ ਕਿ ਬਾਰ ਬਾਰ ਹਰ ਕੇ ਗੁਣ ਗਾਵੋ, ਗੁਰਗਮ ਭੇਦ ਸੋ ਹਰ ਕਾ ਪਾਵੋ। ਹਰ ਇੱਕ ਦਿਨ ਨੂੰ ਜਿਹੜਾ ਕਹਿ ਰਹਾਉ ਦੀ ਪੰਕਤੀ ਦੇ ਨਾਲ ਜੋੜ ਕੇ ਵੇਖਣਾ ਪਵੇਗਾ ਕਿ ਬਾਰ ਬਾਰ ਹਰ ਕੇ ਗੁਣ ਗਾਵੋ, ਗੁਰਗਮ ਭੇਦ ਸੋ ਹਰ ਕਾ ਪਾਵੋ। ਪਰਮੇਸ਼ਰ ਦੇ ਬਾਰ ਬਾਰ ਗੁਣ ਗਾਵੋ, ਗੁਰੂ ਰਾਖੀ ਰੱਬ ਦਾ ਭੇਦ ਪ੍ਰਾਪਤ ਹੁੰਦਾ ਹੈ। ਹੁਣ ਇੱਥੇ ਦੂਜੀ ਗੱਲ, ਦੂਸਰਾ ਜੋ ਬੰਦ ਹੈ, ਇੱਥੇ ਭਗਤੀ ਦਾ ਦੂਸਰਾ ਗੁਣ ਭਗਤ ਕਬੀਰ ਸਾਹਿਬ ਜੀ ਬਿਆਨ ਕਰਦੇ ਨੇ ਕਿ ਸੋਮਵਾਰ ਸੱਸ ਅੰਮ੍ਰਿਤ ਚਰੈ। ਕਹਿੰਦੇ ਨੇ ਇਹ ਜਿਹੜਾ ਸੋਮਵਾਰ ਹੈ, ਸੋਮਵਾਰ ਜਿਹੜਾ ਹੈ, ਸੋਮ ਕਹਿੰਦੇ ਨੇ ਚੰਦਰਮਾ। ਸੋਮ ਦਾ ਅਰਥ ਬਣਦਾ ਹੈ ਕਿ ਸੋਮਵਾਰ ਸੋਮ ਤੋਂ ਸ਼ਬਦ ਤੋਂ ਬਣਿਆ ਹੈ। ਸੋਮ ਕਹਿੰਦੇ ਨੇ ਚੰਦਰਮਾ ਨੂੰ, ਤੇ ਜਦੋਂ ਅਸੀਂ ਅੰਗਰੇਜ਼ੀ ਵਿੱਚ ਇਹਨੂੰ ਕਨਵਰਟ ਕਰਦੇ ਤਾਂ ਸੋਮਵਾਰ ਨੂੰ ਕਿਹਾ ਜਾਂਦਾ ਹੈ ਮੰਡੇ। ਤੇ ਮੰਡੇ ਜਿਹੜਾ ਹੈ ਉਹ ਵੀ ਮੰਡੇ ਸ਼ਬਦ ਵੀ ਮੂਨ ਤੋਂ ਬਣਿਆ ਹੋਇਆ। ਸੋਮਵਾਰ ਦਾ ਜਿਹੜਾ ਅਰਥ ਹੈ ਉਹ ਵੀ ਜਿਹੜਾ ਚੰਦਰਮਾ ਬਣਦਾ ਹੈ। ਤੇ ਦੂਜਾ ਅੰਗਰੇਜ਼ੀ ਵਿੱਚ ਹੈ ਮੰਡੇ। ਮੰਡੇ ਸ਼ਬਦ ਮੂਨ ਤੋਂ ਬਣਿਆ ਹੋਇਆ। ਹੁਣ ਇਹ ਮੰਡੇ ਵੀ ਜਿਹੜਾ ਮੂਨ ਤੋਂ ਬਣਿਆ ਹੈ, ਜਿਹੜਾ ਸੰਡੇ ਹੈ ਉਹ ਸੰਨ ਤੋਂ ਬਣਿਆ, ਮੰਡੇ ਮੂਨ ਤੋਂ ਬਣਿਆ ਹੋਇਆ। ਹੁਣ ਇਧਰ ਵੀ ਜਿਹੜਾ ਹੈ ਸੋਮਵਾਰ ਚੰਦਰਮਾ ਦੇ ਨਾਲ ਸੰਬੰਧਿਤ ਹੈ, ਤੇ ਅੰਗਰੇਜ਼ਾਂ ਦੇ ਵਿੱਚ ਜਿਹੜਾ ਮੰਡੇ ਹੈ ਉਹ ਵੀ ਚੰਦਰਮਾ ਦੇ ਨਾਲ ਹੀ ਸੰਬੰਧਿਤ ਹੈ। ਦੋਵੇਂ ਇੱਕੋ ਚੀਜ਼ਾਂ ਨਾਲ ਜਾ ਕੇ ਜੁੜਦੇ ਹਨ। ਸੰਡੇ ਵੀ ਉਹਨਾਂ ਦਾ ਸੂਰਜ ਨਾਲ ਜੁੜਦਾ ਹੈ, ਇਧਰੋਂ ਐਤਵਾਰ ਵੀ ਸੂਰਜ ਨਾਲ ਜੁੜਦਾ ਹੈ। ਇਧਰੋਂ ਮੰਡੇ ਜਿਹੜਾ ਹੈ ਉਹ ਚੰਦਰਮਾ ਨਾਲ ਜੁੜਦਾ ਹੈ, ਇਧਰੋਂ ਸੋਮਵਾਰ ਮੂਨ ਨਾਲ ਜੁੜਦਾ ਹੈ। ਇੱਥੇ ਹੁਣ ਜੋ ਭਾਵ ਜੋ ਭਗਤ ਕਬੀਰ ਸਾਹਿਬ ਦੀ ਬਖਸ਼ਿਸ਼ ਧਾਰੇ ਨੇ, ਸੋਮਵਾਰ ਜਿਹੜਾ ਹੈ, ਜਿਹੜੀ ਚੰਦਰਮਾ ਦੀ ਰੋਸ਼ਨੀ ਹੈ ਇਹ ਠੰਡੀ ਹੁੰਦੀ ਹੈ। ਜਿਹੜੀ ਸੂਰਜ ਦੀ ਰੋਸ਼ਨੀ ਹੈ ਇਹ ਤਪਸ਼ ਵਾਲੀ ਹੁੰਦੀ ਹੈ, ਤਿੱਖੀ ਹੁੰਦੀ ਹੈ, ਤਪਸ਼ ਵਾਲੀ ਹੁੰਦੀ ਹੈ। ਲੇਕਿਨ ਜਿਹੜੀ ਸੂਰਜ ਚੰਦਰਮਾ ਦੀ ਰੋਸ਼ਨੀ ਹੈ ਠੰਡੀ ਹੁੰਦੀ ਹੈ। ਤੇ ਇੱਥੇ ਹੁਣ ਭਗਤ ਕਬੀਰ ਸਾਹਿਬ ਜੀ ਬਚਨਕਾਰੇ ਨੇ ਸੋਮਵਾਰ ਸੱਸ ਅੰਮ੍ਰਿਤ ਚਰੈ। ਕਹਿੰਦੇ ਜੇਕਰ ਕੋਈ ਸੋਮਵਾਰ ਰੱਬ ਦੀ ਭਗਤੀ ਕਰਦਾ ਹੈ, ਸੋਮਵਾਰ ਪਰਮੇਸ਼ਰ ਦੇ ਨਾਮ ਦੀ ਅਰਾਧਨਾ ਕਰਦਾ ਹੈ, ਉਹਦੇ ਹਿਰਦੇ ਦੇ ਅੰਦਰ ਨਾਮ ਅੰਮ੍ਰਿਤ ਝਰਦਾ ਹੈ, ਉਹਨੂੰ ਸੱਸ, ਉਹਨੂੰ ਸ਼ਾਂਤੀ ਦੀ ਪ੍ਰਾਪਤੀ ਹੁੰਦੀ ਹੈ। ਕਹਿਣ ਲੱਗੇ ਜੇ ਮਨੁੱਖ ਨੂੰ ਸ਼ਾਂਤੀ ਚਾਹੀਦੀ ਹੈ, ਕਿਸੇ ਚੰਦਰਮਾ ਨੂੰ ਪੂਜਣ ਦੀ ਲੋੜ ਨਹੀਂ ਹੈ। ਜੇ ਇਹਨੂੰ ਸ਼ਾਂਤੀ ਚਾਹੀਦੀ ਹੈ, ਰੱਬ ਦੀ ਭਗਤੀ ਕਰਨ ਦੀ ਲੋੜ ਹੈ। ਸੋਮਵਾਰ ਲੋਕੀ ਚੰਦਰਮਾ ਦੀ ਪੂਜਾ ਕਰਦੇ ਜਾਂ ਮੱਸਿਆ ਤੇ ਜਾਂ ਸੰਗਰਾਂਦ ਤੇ ਜਾਂ ਪੂਰਨਮਾਸ਼ੀ ਤੇ ਇਹ ਚੰਦਰਮਾ ਦੇ ਦਿਨ ਕਰਦੇ। ਸੋਮਵਾਰ ਤੋਂ ਚੰਦਰਮਾ ਤੋਂ ਸ਼ਾਂਤੀ ਨਹੀਂ ਮਿਲ ਸਕਦੀ ਹੈ। ਸੋਮਵਾਰ ਵਾਲੇ ਦਿਨ ਜੇਕਰ ਕੋਈ ਖਾਸ ਧਾਰਮਿਕ ਕਰਮ ਕਰੇਗਾ, ਇਹਦੇ ਨਾਲ ਸ਼ਾਂਤੀ ਨਹੀਂ ਮਿਲ ਸਕਦੀ। ਜੇ ਇਹਨੂੰ ਸ਼ਾਂਤੀ ਮਿਲੇਗੀ ਕੇਵਲ ਤਾਂ ਕੇਵਲ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਉਹਦੀ ਭਗਤੀ ਕਰਕੇ। ਸਤਿਗੁਰੂ ਜੀ ਪਾਵਨ ਬਾਣੀ ਵਿੱਚ ਵਚਨ ਕਰਦੇ ਨੇ, ਚੰਦਨ ਚੰਦ, ਕਹਿੰਦੇ ਨੇ ਚੰਦਰਮਾ ਦੀ ਚਾਨਣੀ ਵੀ ਇੰਨੀ ਠੰਡੀ ਨਹੀਂ ਹੈ। ਚੰਦਨ ਚੰਦ ਨਾ ਸਰਦ ਰੁੱਤ, ਸਰਦੀ ਦੀ ਰੁੱਤ ਵੀ ਇੰਨੀ ਠੰਡੀ ਨਹੀਂ ਹੈ। ਸਰਦੀ ਦੀ ਰੁੱਤ ਵੀ ਠੰਡੀ ਮੰਨੀ ਗਈ ਹੈ, ਚੰਦਰਮਾ ਦੀ ਚਾਨਣੀ ਵੀ ਠੰਡੀ ਮੰਨੀ ਗਈ ਹੈ। ਲੇਕਿਨ ਚੰਦਰਮਾ ਦੀ ਚਾਨਣੀ ਬੰਦੇ ਦੇ ਮਨ ਨੂੰ ਨਹੀਂ ਠੰਡਾ ਕਰ ਸਕਦੀ, ਵਿਕਾਰਾਂ ਦੀ ਤਪਸ਼ ਨੂੰ ਨਹੀਂ ਮਿਟਾ ਸਕਦੀ। ਸਰਦੀ ਦੀ ਠੰਡ ਬੰਦੇ ਦੇ ਮਨ ਨੂੰ ਠੰਡਾ ਨਹੀਂ ਕਰ ਸਕਦੀ। ਸਿਆਲ ਦੇ ਮਹੀਨੇ ਵਿੱਚ ਵੀ ਕਈ ਵਾਰੀ ਬੰਦਾ ਤਪਿਆ ਹੁੰਦਾ, ਕ੍ਰੋਧ ਦੇ ਨਾਲ, ਲੋਭ ਦੇ ਨਾਲ। ਚੰਦਨ ਚੰਦ ਨਾ ਸਰਦ ਰੁੱਤ, ਮੂਲਾ ਮਿੱਟੀ ਘਾਮ, ਮੂਲੋਂ ਹੀ ਇਹ
ਚੰਦਰਮਾ ਤੇ ਸਰਦ ਰੁੱਤ ਬੰਦੇ ਦੀ ਮਨ ਦੀ ਤਪਸ਼ ਨੂੰ ਦੂਰ ਨਹੀਂ ਕਰ ਸਕਦੇ। ਮੂਲਾ ਮਿੱਟੀ ਘਾਮ ਸੀਤਲ ਥੀਵੈ ਨਾਨਕਾ ਜਪੰਦੜੂ ਹਰ ਨਾਮ। ਜੇ ਇਹ ਆਪਣੇ ਮਨ ਨੂੰ ਸੀਤਲ ਕਰਨਾ ਚਾਹੁੰਦਾ, ਠੰਡਾ ਠਾਰ ਕਰਨਾ ਚਾਹੁੰਦਾ ਤੇ ਪਰਮੇਸ਼ਰ ਦੇ ਨਾਮ ਨੂੰ ਧਿਆਨ, ਉਹਦੇ ਨਾਮ ਦੀ ਆਰਾਧਨਾ ਕਰ। ਸੀਤਲ ਥੀਵੈ ਨਾਨਕਾ ਜਪੰਦੜੂ ਹਰ ਨਾਮ। ਪਰਮੇਸ਼ਰ ਦੇ ਨਾਮ ਨੂੰ ਜਪ ਕੇ ਇਹਦਾ ਮਨ ਸੀਤਲ ਠੰਡਾ ਠਾਰ ਹੋ ਜਾਵੇਗਾ। ਸੋਮਵਾਰ ਸਸ ਅੰਮ੍ਰਿਤ ਝਰੈ। ਕਹਿੰਦੇ ਨੇ ਪਰਮੇਸ਼ਰ ਦੀ ਆਰਾਧਨਾ ਕਰ, ਤੇਰੇ ਹਿਰਦੇ ਦੇ ਅੰਦਰ ਨਾਮ ਅੰਮ੍ਰਿਤ ਝਰੇਗਾ। ਇਹ ਨਾਮ ਤੇਰੇ ਮਨ ਨੂੰ ਠੰਡਾ ਠਾਰ ਕਰ ਦੇਵੇਗਾ। ਚਾਖ ਤਬੇਗਾ ਸਗਲਾ ਬਿਖ ਹਰ। ਜਿਹੜੀ ਵਿਕਾਰਾਂ ਦੀ ਜਿਹੜੀ ਤਪਸ਼ ਹੈ, ਜਿਹੜੀ ਵਿਕਾਰ ਜਿਹੜੇ ਅੰਦਰ ਮਨੁੱਖ ਦੀ ਜੀਵਨ ਦੀ ਪੂੰਜੀ ਨੂੰ ਲੁੱਟ ਲੈਂਦੇ ਹਨ, ਚਾਖਤ ਵੇਗ ਸਗਲ ਬਿਖ ਹਰ। ਇਹ ਵਿਕਾਰਾਂ ਦੀ ਤਪਸ਼ ਤੋਂ ਬਚ ਜਾਵੇਗਾ, ਵਿਕਾਰਾਂ ਤੋਂ ਇਹਦਾ ਬਚਾਅ ਹੋ ਜਾਵੇਗਾ। ਬਾਣੇ ਰੋਕਿਆ ਰਹੇ ਦਵਾਰ। ਜਦੋਂ ਇਹ ਪਰਮੇਸ਼ਰ ਦੀ ਭਗਤੀ ਸਦਕਾ ਆਪਣੇ ਮਨ ਨੂੰ ਰੋਕੇਗਾ, ਮਨ ਨੂੰ ਟਿਕਾਣ ਦਾ ਯਤਨ ਕਰੇਗਾ। ਬਾਣੀ ਰੋਕਿਆ ਰਹਿ ਦਵਾਰ, ਮਨ ਨੂੰ ਰੋਕੇਗਾ ਤੇ ਇਹਦੇ ਗਿਆਨ ਇੰਦਰੀ ਵੀ ਰੁਕਣਗੇ, ਮਨ ਹੌਲੀ ਹੌਲੀ ਕਾਬੂ ਵਿੱਚ ਆਵੇਗਾ। ਜੇ ਤੇ ਇਹਨੇ ਕਹਿ ਦਿੱਤਾ ਵੀ ਨਹੀਂ ਮਨ ਤੇ ਕਾਬੂ ਆਉਂਦਾ ਹੀ ਨਹੀਂ, ਗਿਆਨ ਇੰਦਰੀ ਕਾਬੂ ਆਉਂਦੇ ਨੇ, ਫਿਰ ਤੇ ਮਨ ਨੇ ਭੱਜਿਆ ਹੀ ਫਿਰਨਾ ਹੈ। ਫਿਰ ਤੇ ਮਨ ਆਪਣੀ ਮਰਜ਼ੀ ਕਰ ਹੀ ਰਿਹਾ ਕਰ। ਲੇਕਿਨ ਜੇ ਰੋਕਣ ਦਾ ਯਤਨ ਕਰੇਗਾ, ਜੇ ਮਨ ਦੇ ਵਿਕਾਰਾਂ ਤੇ ਕਾਬੂ ਪਾਵੇਗਾ, ਫਿਰ ਇਹ ਮਨ ਰੋਕ ਵੀ ਸਕਦਾ ਹੈ, ਮਨ ਤੇ ਕਾਬੂ ਵੀ ਪਾਇਆ ਜਾ ਸਕਦਾ ਹੈ। ਉਹ ਮਨ ਮਤਵਾਰ ਪੀਵਨ ਹਾਰ। ਤੇ ਜੇ ਇਹਨੇ ਮਨ ਨੂੰ ਕਾਬੂ ਕਰ ਲਿਆ, ਮਨ ਨੂੰ ਰੋਕ ਲਿਆ, ਮਨ ਨੂੰ ਟਿਕਾ ਲਿਆ, ਤਾਂ ਮਨ ਮਤਵਾਰੋ ਪੀਵਨ ਹਾਰ। ਪਰਮੇਸ਼ਰ ਦੀ ਭਗਤੀ ਕਰਦਿਆਂ ਜੇ ਤੇ ਇਹਦਾ ਮਨ ਭੱਜਿਆ ਹੀ ਰਿਹਾ, ਫਿਰ ਇਹਦਾ ਭਗਤੀ ਕਰਨ ਦਾ ਕੋਈ ਫਲ ਨਹੀਂ ਮਿਲਦਾ, ਕਿਉਂਕਿ ਮਨ ਦੇ ਬਾਹਰ ਹੀ ਭੱਜਿਆ ਰਿਹਾ। ਲੇਕਿਨ ਜੇ ਰੱਬ ਦੀ ਭਗਤੀ ਕਰਦਿਆਂ ਕਰਦਿਆਂ ਇਹਨੇ ਆਪਣੇ ਮਨ ਨੂੰ ਰੋਕ ਲਿਆ, ਮਨ ਨੂੰ ਸਹਿਜ ਵਿੱਚ ਟਿਕਾ ਲਿਆ, ਪਰਮੇਸ਼ਰ ਦੀ ਭਗਤੀ ਦੇ ਵਿੱਚ ਮਨ ਵੀ ਲੀਨ ਹੋ ਗਿਆ, ਪਰਮੇਸ਼ਰ ਦੀ ਭਗਤੀ ਦੇ ਵਿੱਚ ਇਹਦਾ ਮਨ ਵੀ ਜੁੜ ਗਿਆ, तो मन मतवारो पीवनकार। मन परमेश्वर के नाम विच मस्त हो जाएगा, नाम की मस्ती इस मन में चढ़ जाएगी ते नाम रस को ये पी लवेगा। मंगलवार अगे फिर भगत कबीर साहब जी तीसरा जिला दिन है वो मंगलवार है। मंगलवारे ले महीत भगत कबीर साहब जी वचन करते हैं कि जिहड़ा मंगलवार है इस दिन तू अपने मन को काबू करने का यतन कर। हुण ये जिहड़ा मंगलवार है, ये जिहड़ा है मंगल जिहड़ा ग्रह है, हिंदी दे विच जिहड़ा हिंदुस्तान दे विच इहनूं मंगलवार कहा गया है। इहनूं जिहड़ा मंगलवार नूं मंगल ग्रह दे नाल जोड़िया गया है। ते पुराने समय दे विच इन्नी बंदे ने खोज भी नहीं सी कीती, सर्च भी नहीं सी कीती, क्योंकि मनुख दे कोल साधन बड़े घट सन। इस करके जिहड़ा मंगल ग्रह है इहनूं लोकी मंगल तारा ही कहते सन। लोकी कहते सन भी तारा ही है, जिवें सूरज नूं तारा मनदे सन, बाकी ग्रह नूं तारा मनदे सन, क्योंकि चमकदा होया दिखाई दिंदा सीगा। ते बंदे नूं इहने सोच ही नहीं सी कि तारा नहीं है, इह धरती दे नाल दा एक ग्रह है। हुण इत्थे जिहड़ा है मंगलवार है, ये मंगल ग्रह दे नाल जोड़िया गया है ते अंग्रेजी दे विच इहनूं ट्यूसडे कहा गया है। जिहड़ा अंग्रेजी का शब्द है मंगलवार नूं ट्यूसडे कहा गया है। ट्यूसडे जिहड़ा शब्द है अंग्रेजां दा एक देवता होया है, उन्होंने टविस्को देवता कहते हैं। अंग्रेजां दा एक उन्होंने देवता बनिया है जिन्होंने टविस्को देवता कहते हैं। ते टविस्को देवते की अंग्रेज पूजा करते सन ते उन्होंने टविस्को शब्द नूं बदल के ट्यूसडे बना दिता।
ਵੀ ਇਹ ਮੰਗਲਵਾਰ ਦਾ ਦਿਨ ਹੈ। ਸਾਡਾ ਇੱਥੇ ਮੰਗਲ ਗ੍ਰਹਿ ਨਾਲ ਜੋੜਿਆ ਗਿਆ, ਅੰਗਰੇਜ਼ਾਂ ਨੇ ਇਹਨੂੰ ਟਵਿਸਟ ਤੋਂ ਦੇਵਤੇ ਨਾਲ ਜੋੜਿਆ ਗਿਆ। ਇਹਦੇ ਕੋਲ ਭਗਤ ਕਬੀਰ ਸਾਹਿਬ ਜੀ ਬਚਨਕਾਰੀ ਨੇ ਕਿ ਜਿਹੜਾ ਮੰਗਲਵਾਰ ਹੈ, ਇਸ ਦਿਨ ਤੋਂ ਆਪਣੇ ਮਨ ਨੂੰ ਜਾਣ, ਮਨ ਨੂੰ ਸਮਝਣਾ ਕਰ। ਪੰਚ ਚੋਰ ਕੀ ਜਾਣ ਰੀਤ, ਜਦੋਂ ਇਹਨੇ ਮਨ ਨੂੰ ਜਾਣ ਲਿਆ, ਆਪਣੇ ਆਪ ਨੂੰ ਸਮਝ ਲਿਆ, ਪੰਜ ਚੋਰ ਕੀ ਜਾਣੈ ਰੀਤ, ਕਹਿ ਲਗੇ ਜਿਹੜੇ ਪੰਜ ਚੋਰ ਹਨ, ਜਿਹੜੇ ਪੰਜ ਚੋਰ ਇਹਦੇ ਅੰਦਰ ਬੈਠੇ ਹਨ, ਇਹਦੇ ਜੀਵਨ ਦੀ ਪੂੰਜੀ ਨੂੰ ਲੁੱਟ ਰਹੇ ਹਨ, ਕਹਿ ਲਗੇ ਉਹਨਾਂ ਪੰਜਾਂ ਚੋਰਾਂ ਦੀ ਇਹ ਰੀਤ ਨੂੰ ਸਮਝ ਲਵੇਗਾ, ਉਹਨਾਂ ਦੇ ਚੋਰੀ ਨੂੰ ਇਹ ਜਾਣ ਲਵੇਗਾ ਵੀ ਪੰਜ ਚੋਰ ਜਿਹੜੇ ਹਨ, ਇਹਦੇ ਮੇਰੇ ਜੀਵਨ ਦੀ ਪੂੰਜੀ ਨੂੰ ਲੁੱਟ ਰਹੇ ਹਨ, ਇਹਦੇ ਮੇਰਾ ਜੀਵਨ ਬਰਬਾਦ ਕਰ ਰੱਖੇ ਨੇ। ਘਰ ਛੋੜ ਬਾਹਰ ਜਨ ਜਾਏ, ਕਹਿੰਦੇ ਨੇ ਜਿਹੜਾ ਆਪਣੇ ਘਰ ਨੂੰ ਛੱਡ ਕੇ ਬਾਹਰ ਭੱਜ ਜਾਂਦਾ ਹੈ, ਜਿਹੜਾ ਆਪਣੇ ਘਰ ਨੂੰ ਛੱਡ ਜਾਂਦਾ ਹੈ ਤੇ ਬਾਹਰ ਚਲਾ ਗਿਆ, ਹੁਣ ਘਰ ਨੂੰ ਛੱਡ ਕੇ ਬਾਹਰ ਚਲਾ ਗਿਆ ਤੇ ਘਰ ਦੇ ਅੰਦਰ ਜਿਹੜੇ ਚੋਰ ਹਨ ਉਹਨਾਂ ਨੂੰ ਮੌਕਾ ਮਿਲ ਜਾਂਦਾ ਵੀ ਮਾਲਕ ਤੇ ਘਰ ਤੋਂ ਬਾਹਰ ਗਿਆ, ਮਾਲਕ ਤੇ ਜਿਹੜਾ ਹੈ ਉਹ ਘਰ ਤੋਂ ਬਾਹਰ ਗਿਆ ਹੈ। ਹੁਣ ਜਿੰਨਾ ਅਸੀਂ ਲੁੱਟਣਾ ਹੈ ਲੁੱਟ ਲਈਏ। ਅੱਜ ਪੰਜਾਬ ਦੇ ਨਾਲ ਵੀ ਇਹੀ ਕੁਝ ਹੋ ਰਿਹਾ ਹੈ। ਜਿਹੜੇ ਪੰਜਾਬੀ ਹਨ ਜਹਾਜ਼ ਭਰ ਭਰ ਕੇ ਬਾਹਰ ਨੂੰ ਜਾ ਰਹੇ ਹਨ ਵੀ ਅਸੀਂ ਵਿਦੇਸ਼ਾਂ ਵਿੱਚ ਚਲੇ ਜਾਈਏ, ਵਿਦੇਸ਼ਾਂ ਵਿੱਚ ਜਾ ਕਰਕੇ ਸੈੱਟ ਹੋ ਜਾਈਏ। ਪੰਜਾਬ ਜਿਹੜਾ ਹੈ ਉਹ ਖਾਲੀ ਹੁੰਦਾ ਜਾ ਰਿਹਾ ਹੈ ਤੇ ਇਹਦੇ ਨਾਲ ਕੀ ਹੋ ਰਿਹਾ, ਦੂਜਿਆਂ ਨੂੰ ਮੌਕਾ ਮਿਲ ਰਿਹਾ ਹੈ ਵੀ ਅਸੀਂ ਕਿਸੇ ਨਾ ਕਿਸੇ ਢੰਗ ਨਾਲ ਪੰਜਾਬ ਤੇ ਕਬਜ਼ਾ ਕਰ ਲਈਏ। ਅੱਧਾ ਪੰਜਾਬ ਤੇ ਉਹਨਾਂ ਨੇ ਪਹਿਲੇ ਹੀ ਕਬਜ਼ਾ ਕੀਤਾ ਹੈ, ਕਿਤੇ ਚੰਡੀਗੜ੍ਹ ਕੱਟ ਦਿੱਤਾ, ਕਿਤੇ ਹਰਿਆਣੇ ਵੱਲ ਕੱਟ ਦਿੱਤਾ, ਕਿਤੇ ਹਿਮਾਚਲ ਵੱਲ ਕੱਟ ਦਿੱਤਾ, ਕਦੇ ਕਿੱਥੋਂ ਕੱਢ ਦਿੱਤਾ, ਕਦੇ ਕਿੱਥੋਂ ਕੱਢ ਦਿੱਤਾ ਤੇ ਹੁਣ ਪੰਜਾਬੀ ਆਪ ਹੀ ਛੱਡ ਕੇ ਚਲੇ ਜਾ ਰਹੇ ਹਨ। ਜੇ ਘਰ ਦਾ ਮਾਲਕ ਘਰ ਵਿੱਚ ਹੀ ਨਾ ਰਿਹਾ ਤੇ ਦੂਜਿਆਂ ਨੂੰ ਤੇ ਫਿਰ ਘਰ ਲੁੱਟਣਾ, ਘਰ ਤੇ ਕਬਜ਼ਾ ਕਰਨਾ ਬੜਾ ਸੌਖਾ ਹੋ ਜਾਣਾ ਹੈ। ਤੇ ਜਦੋਂ ਜਾ ਰਹੇ ਹਨ ਕੁਝ ਐਸੇ ਵੀ ਹਨ ਜਿਹੜੇ ਆਪਣੇ ਘਰ ਵੀ ਵੇਚ ਕੇ ਜਾ ਰਹੇ ਨੇ, ਜ਼ਮੀਨਾਂ ਵੀ ਵੇਚ ਕੇ ਜਾ ਰਹੇ ਨੇ ਵੀ ਅਸੀਂ ਤੇ ਇੱਥੇ ਮੁੜ ਕੇ ਆਣਾ ਹੀ ਨਹੀਂ ਹੈ, ਜ਼ਮੀਨਾਂ ਵੀ ਵੇਚ ਲਈਏ, ਘਰ ਵੀ ਵੇਚ ਲਈਏ, ਦੂਜਿਆਂ ਦਾ ਜਿਹੜਾ ਕਬਜ਼ਾ ਹੋ ਜਾਵੇ। ਇਹਦੇ ਕੋਲ ਭਗਤ ਕਬੀਰ ਸਾਹਿਬ ਜੀ ਬਚਨਕਾਰੀ ਨੇ ਕਿ ਘਰ ਬਾਹਰ, ਕਹਿ ਲਗੇ ਜਿਹੜਾ ਆਪਣੇ ਘਰ ਨੂੰ ਛੱਡ ਕੇ ਬਾਹਰ ਚਲੇ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਮਨ ਆਪਣੇ ਹਿਰਦੇ ਰੂਪੀ ਘਰ ਨੂੰ ਛੱਡ ਕੇ ਬਾਹਰ ਚਲਾ ਗਿਆ, ਜਿਹੜੇ ਪੰਜ ਚੋਰ ਹਨ, ਪੰਜ ਵਕਾਰ ਹਨ, ਇਹਨਾਂ ਨੂੰ ਮੌਕਾ ਮਿਲ ਗਿਆ ਕਿ ਹੁਣ ਜਿੰਨੀ ਇਹਦੀ ਪੂੰਜੀ ਲੁੱਟ ਹੁੰਦੀ ਤਾਂ ਲੁੱਟ ਲਈਏ, ਜਿੰਨੀ ਇਸ ਹਿਰਦੇ ਘਰ ਦੀ ਬਰਬਾਦੀ ਕਰ ਸਕਦੇ ਤਾਂ ਕਰ ਲਈਏ। ਇਸ ਦੇਹ ਦੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੁਟੈ ਮਨ ਮੁਖ ਨਹੀਂ ਬੂਝੈ, ਕੋਈ ਨਾ ਸੁਣੈ ਪੁਕਾਰਾ। ਕੋਈ ਪੁਕਾਰ ਵੀ ਨਹੀਂ ਸੁਣਦਾ ਹੈ, ਜੀਵਨ ਦੀ ਪੂੰਜੀ ਲੁੱਟੀ ਜਾ ਰਹੀ ਹੈ, ਲੁੱਟੀ ਜਾ ਰਹੀ ਹੈ। ਇਸ ਕਰਕੇ ਜੇ ਘਰ ਦੀ ਪੂੰਜੀ ਨੂੰ ਬਚਾਉਣਾ ਹੈ, ਜੇ ਇਹਨੇ ਆਪਣੇ ਜੀਵਨ ਨੂੰ ਬਚਾਉਣਾ ਹੈ ਤੇ ਇਹਨੂੰ ਆਪਣੇ ਘਰ ਵਿੱਚ ਟਿਕਣਾ ਪਵੇਗਾ, ਆਪਣੇ ਘਰ ਦੀ ਰਖਵਾਲੀ ਕਰਨੀ ਪਵੇਗੀ। ਨਾਤਰ ਖਰਾ ਰਿਸ਼ਹ ਚਾਏ, ਕਹਿੰਦੇ ਨੇ ਨਾਤਰ ਖਰਾ ਰਿਸ਼ਹ ਘਰਾਏ, ਕਹਿੰਦੇ ਨੇ ਨਹੀਂ ਤਾਂ ਫਿਰ ਇਹ ਵਿਕਾਰਾਂ ਦੇ ਵਿੱਚ ਹੀ ਫਸ ਜਾਵੇਗਾ, ਇਹ ਮਨ ਵਿਕਾਰਾਂ ਵਿੱਚ ਹੀ ਲੀਨ ਹੋ ਜਾਵੇਗਾ ਤੇ ਵਿਕਾਰਾਂ ਵਿੱਚ ਫਸ ਕਰਕੇ ਫਿਰ ਤੇ ਇਹਨੂੰ ਜਿਹੜਾ ਹੈ ਦੁੱਖ ਹੀ ਮਿਲਣਾ ਹੈ। ਜਦੋਂ ਪਰਮੇਸ਼ਰ ਨੂੰ ਵਿਸਾਰ ਕੇ ਪਰਮਾਤਮਾ ਨੂੰ ਭੁਲਾ ਕੇ ਵਿਕਾਰ ਭੋਗੇਗਾ, ਵਿਕਾਰਾਂ ਵਿੱਚ ਗਲਤਾਨ ਹੋ ਗਿਆ। ਕਸਮ ਵਿਸਾਰ ਕੀ ਰਸ ਭੋਗ, ਤਾਤਨ ਉਠ ਖਲੋਏ ਰੋਗ, ਮਨ ਅੰਧੇ ਕੋ ਮਿਲੈ ਸਜਾਏ। ਇਹ ਮਨ ਜਿਹੜਾ ਵਿਕਾਰਾਂ ਵਿੱਚ ਅੰਨਾ ਹੋ ਜਾਂਦਾ ਫਿਰ ਇਹਨੂੰ ਸਜ਼ਾ ਮਿਲਦੀ ਹੈ ਆਪਣੇ ਕਰਮਾਂ। ਮਨ ਅੰਧੇ ਕੋ ਮਿਲੈ ਸਜਾਏ, ਵੈਦ ਨਾ ਭੂਲੈ ਦਾਰੂ ਲਾਏ। ਇਸ ਕਰਕੇ ਨਾਤਰ ਖਰਾ ਰਿਸ਼ੇ ਘਰਾਏ, ਜੇ ਇਹ ਮਨ ਇਸੇ ਤਰ੍ਹਾਂ ਵਿਕਾਰਾਂ ਵਿੱਚ ਫਸਿਆ ਰਿਹਾ
ਇਹਨੂੰ ਆਪਣੇ ਕਰਮਾਂ ਦਾ ਫਲ ਭੋਗਣਾ ਪਵੇਗਾ। ਸਦਾ ਇਹ ਦੁੱਖਾਂ ਦੀ ਅੱਗ ਵਿੱਚ ਹੀ ਸੜਦਾ ਰਹੇਗਾ। ਇਸ ਕਰਕੇ ਜੇ ਇਹ ਦੁੱਖਾਂ ਤੋਂ ਬਚਣਾ ਚਾਹੁੰਦਾ ਹੈ ਤੇ ਆਪਣੇ ਮਨ ਨੂੰ ਸਹਿਜ ਵਿੱਚ ਟਿਕਾ ਕਰਕੇ ਰੱਬ ਦੀ ਭਗਤੀ ਨਾਲ ਜੋੜ ਕਰਕੇ ਪਰਮੇਸ਼ਰ ਦੀ ਬੰਦਗੀ ਨਾਲ ਜੋੜ ਕਰਕੇ ਆਪਣੇ ਇਹ ਜੀਵਨ ਦੀ ਪੂੰਜੀ ਨੂੰ ਬਚਾ ਸਕਦਾ ਹੈ। ਇਹ ਵਿਚਾਰ ਤਿੰਨ ਬੰਦਾਂ ਦੀ ਵਿਚਾਰ ਹੋਈ ਹੈ। ਬਾਕੀ ਬੰਦਾਂ ਦੀ ਵਿਚਾਰ ਅਗਲੇ ਦੀਵਾਨਾਂ ਵਿੱਚ ਭੁੱਲ ਚੁੱਕ ਦੀ ਖਿਮਾ ਸੰਗਤ ਸਤਿਗੁਰ ਦੀ ਬਖਸ਼ਣ ਜੋ ਬਖਸ਼ ਲੈਣਾ ਕਰੋ ਫਤਿਹ ਦੀ ਸਾਂਝ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।